Good morning, students. Myself, Yashmin Kaur, a student of Babeke College of Education, Mudki, will teach you math subjects. ਅੱਜ ਬੱਚਿਓ ਮੈਂ ਤੁਹਾਨੂੰ 4th ਕਲਾਸ ਦੀ ਮੈਥਮੈਟਿਕਸ ਦੀ ਬੁੱਕ ਦੇ ਵਿੱਚੋਂ ਚੈਪਟਰ ਕਰਵਾਉਣ ਜਾ ਰਹੀ ਹਾਂ, ਜਿਸ ਚੈਪਟਰ ਦਾ ਨਾਮ ਹੈ ਪਰਿਮਾਪ ਅਤੇ ਖੇਤਰਫਲ। ਸੋ ਬੱਚਿਓ, ਇਸ ਚੈਪਟਰ ਨੂੰ, ਇਸ ਅਧਿਆਇ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਵੱਖ ਆਕ੍ਰਿਤੀਆਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਜਿਹੜੀਆਂ ਕਿ ਦੋ ਪਸਾਰੀ ਆਕ੍ਰਿਤੀਆਂ ਹੁੰਦੀਆਂ ਨੇ। ਠੀਕ ਹੈ, ਆਪਣੇ ਕੋਲ ਕਈ ਦੋ ਪਸਾਰੀ ਆਕ੍ਰਿਤੀਆਂ ਆਉਂਦੀਆਂ ਨੇ, ਬਟ ਆਪਾਂ ਸਿਰਫ ਮੇਨ ਆਕ੍ਰਿਤੀਆਂ ਦੀ ਅੱਜ ਗੱਲ ਕਰਾਂਗੇ। ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਵਰਗ ਦੀ ਗੱਲ ਕਰ ਲੈਂਦੇ ਹਾਂ। ਸੋ ਬੱਚਿਓ, ਇੱਥੇ ਮੈਂ ਤੁਹਾਨੂੰ ਵਰਗ ਦੀ ਇੱਕ ਡੈਫੀਨੇਸ਼ਨ ਦੱਸਦੀ ਹਾਂ। ਵਰਗ ਇੱਕ ਸਧਾਰਨ ਬੰਦ ਚਿੱਤਰ ਹੁੰਦਾ ਹੈ ਜਿਸ ਦੀਆਂ ਚਾਰੋਂ ਭੁਜਾਵਾਂ ਸਮਾਨ ਅਤੇ ਹਰੇਕ ਕੋਣ ਸਮਕੋਣ ਹੁੰਦਾ ਹੈ। ਸੋ ਇਸ ਦਾ ਮਤਲਬ ਹੈ ਕਿ ਆਪਣੇ ਕੋਲ ਜਿਹੜਾ ਵਰਗ ਹੁੰਦਾ ਹੈ ਨਾ, ਉਹਦੀਆਂ ਚਾਰ ਭੁਜਾਵਾਂ ਹੁੰਦੀਆਂ, ਜਿਵੇਂ ਕਿ ਤੁਸੀਂ ਚਿੱਤਰ ਵਿੱਚ ਵੇਖ ਰਹੇ ਹੋ। ਇਹਦੇ ਵਿੱਚ ਚਾਰੋਂ ਲਾਈਨਾਂ ਜਿਹੜੀਆਂ ਆਪਸ ਵਿੱਚ ਜੁੜੀਆਂ ਹੋਈਆਂ ਅਤੇ ਇਹ ਜਿਹੜੀਆਂ ਲੈਂਥ ਦੇ ਵਿੱਚ ਇਕੁਅਲ ਨੇ। ਜੇ ਕੋਈ ਇੱਕ ਪਾਸੇ ਵਾਲੀ ਜਿਹੜੀ ਭੁਜਾ ਜੇ 4 ਸੈਂਟੀਮੀਟਰ ਹੈ ਤਾਂ ਦੂਸਰੀ ਵੀ 4 ਹੀ ਹੋਊਗੀ, ਅਤੇ ਤੀਸਰੀ ਅਤੇ ਚੌਥੀ ਭੁਜਾ ਵੀ 4 ਸੈਂਟੀਮੀਟਰ ਹੀ ਹੋਵੇਗੀ। ਠੀਕ ਹੈ, ਅਸੀਂ ਆਪਦੀ ਡੇਲੀ ਲਾਈਫ ਦੇ ਵਿੱਚ ਵਰਗ ਦੀਆਂ ਕਈ ਐਗਜ਼ਾਮਪਲਸ ਦੇਖ ਸਕਦੇ ਹਾਂ, ਜਿਵੇਂ ਕਿ ਦੀਵਾਰ 'ਤੇ ਲੱਗੀ ਹੋਈ ਕਲੌਕ ਇੱਕ ਵਰਗ ਦੇ ਰੂਪ ਵਿੱਚ ਹੋ ਸਕਦੀ ਹੈ। ਠੀਕ ਹੈ, ਅਤੇ ਇੱਕ ਆਪਣੀ ਜਿਹੜੀ ਚੈਸ ਆਪਾਂ ਖੇਡਦੇ ਹਾਂ ਨਾ, ਉਹ ਵੀ ਵਰਗ ਦੇ ਸ਼ੇਪ ਦੇ ਵਿੱਚ ਹੀ ਹੁੰਦੀ ਹੈ। ਠੀਕ ਹੈ, ਆਪਣਾ ਕੈਰਮ ਬੋਰਡ ਹੋ ਗਿਆ, ਜੋ ਆਪਾਂ ਨਾਰਮਲੀ ਘਰ ਵਿੱਚ ਖੇਡਦੇ ਹਾਂ, ਉਹ ਵੀ ਇੱਕ ਵਰਗ ਦੀ ਸ਼ੇਪ ਵਿੱਚ ਹੀ ਹੁੰਦਾ। ਹੁਣ ਜੇ ਆਪਾਂ ਦੂਸਰੀ ਗੱਲ ਕਰੀਏ, ਦੂਸਰੀ ਸ਼ੇਪ ਆਪਣੀ ਹੁੰਦੀ ਹੈ ਆਇਤ। ਠੀਕ ਹੈ ਜੀ, ਆਇਤ ਦੇ ਵਿੱਚ ਕੀ ਹੁੰਦਾ ਰਾਜੇ, ਮੈਂ ਆਇਤ ਦੀ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਡੈਫੀਨੇਸ਼ਨ ਦੱਸਦੀ ਹਾਂ। ਇੱਕ ਜਿਸ ਬੰਦ ਆਕ੍ਰਿਤੀ ਦੀਆਂ ਸਨਮੁਖ ਭੁਜਾਵਾਂ ਸਮਾਨ ਅਤੇ ਹਰੇਕ ਕੋਣ ਸਮਕੋਣ ਹੁੰਦਾ ਹੈ। ਠੀਕ ਹੈ, ਇਹਦੇ ਵਿੱਚ ਵੀ ਜਿਹੜੀਆਂ ਚਾਰੋਂ ਸਾਈਡਾਂ ਨੇ, ਉਹਨਾਂ ਚਾਰੋਂ ਸਾਈਡਾਂ ਦੇ ਉੱਪਰ ਜਿਹੜਾ ਆਪਣਾ ਕੋਣ ਹੈ ਉਹ 90 ਡਿਗਰੀ ਦਾ ਹੀ ਬਣੂਗਾ। ਠੀਕ ਹੈ, ਬਟ ਜਿਹੜੀਆਂ ਇਹਦੀਆਂ ਸਾਹਮਣੇ ਵਾਲੀਆਂ ਭੁਜਾਵਾਂ ਨੇ, ਜਿਵੇਂ ਇੱਕ ਤਾਂ ਉੱਪਰ ਵਾਲੀ ਭੁਜਾ ਅਤੇ ਨੀਚੇ ਵਾਲੀ ਭੁਜਾ ਸੇਮ ਹੋਏਗੀ, ਅਤੇ ਦੋਨੋਂ ਪਾਸੇ ਸਾਈਡਾਂ ਵਾਲੀਆਂ ਭੁਜਾਵਾਂ ਜਿਹੜੀਆਂ ਸੇਮ ਹੋਣਗੀਆਂ। ਠੀਕ ਹੈ, ਇਹਦੀਆਂ ਮਤਲਬ ਕਿ ਜਿਵੇਂ ਹੁਣ ਮੰਨ ਲਓ ਉੱਪਰ ਵਾਲੀ ਭੁਜਾ ਦੀ ਲੈਂਥ 5 ਸੈਂਟੀਮੀਟਰ ਹੈ, ਤਾਂ ਨੀਚੇ ਵਾਲੀ ਵੀ 5 ਸੈਂਟੀਮੀਟਰ ਹੋਏਗੀ, ਅਤੇ ਸਾਈਡ ਵਾਲੀ ਅਲੱਗ ਹੋਏਗੀ। ਯਾਨੀ ਕਿ ਜੇ ਇੱਕ ਸਾਈਡ 3 ਸੈਂਟੀਮੀਟਰ ਅਤੇ ਦੂਸਰੀ ਸਾਈਡ ਵੀ ਆਪਣੇ ਕੋਲ 3 ਸੈਂਟੀਮੀਟਰ ਹੀ ਹੋਏਗੀ। ਅਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੀ ਐਗਜ਼ਾਮਪਲਸ ਦੀ ਗੱਲ ਕਰ ਲੈਂਦੇ ਹਾਂ। ਜਿਵੇਂ ਕਿ ਡੇਲੀ ਲਾਈਫ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਪਣੇ ਕਲਾਸਰੂਮ ਦੇ ਵਿੱਚ ਜਿਹੜਾ ਬਲੈਕ ਬੋਰਡ ਲੱਗਿਆ ਹੁੰਦਾ, ਉਹ ਆਪਣਾ ਆਇਤਾਕਾਰ ਹੁੰਦਾ। ਠੀਕ ਹੈ ਜੀ, ਅਤੇ ਆਪਣੇ ਘਰ ਦੇ ਵਿੱਚ LCD ਹੁੰਦੀ ਹੈ ਨਾ, ਉਹ ਵੀ ਆਪਣੀ ਜਿਹੜੀ ਆਇਤਾਕਾਰ ਸ਼ੇਪ 'ਚ ਹੀ ਹੁੰਦੀ ਹੈ, ਜਾਂ ਆਪਾਂ ਕੰਪਿਊਟਰ ਦਾ ਮੋਨੀਟਰ ਹੁੰਦਾ ਜਿਹੜਾ, ਉਹ ਵੀ ਆਇਤਾਕਾਰ ਸ਼ੇਪ 'ਚ ਹੀ ਹੁੰਦਾ। ਦੈਨ ਨੈਕਸਟ ਸ਼ੇਪ ਦੀ ਆਪਾਂ ਗੱਲ ਕਰੀਏ ਤਾਂ ਇੱਕ ਹੁੰਦਾ ਆਪਣਾ ਸਰਕਲ। ਠੀਕ ਹੈ, ਸੋ ਸਰਕਲ ਦੀ ਡੈਫੀਨੇਸ਼ਨ ਹੈਗੀ ਆ, ਕਿਸੇ ਸਮਤਲ ਉੱਤੇ ਕਿਸੇ ਨਿਸ਼ਚਿਤ ਬਿੰਦੂ ਤੋਂ ਸਮਾਨ ਦੂਰੀ ਵਾਲੇ ਬਿੰਦੂਆਂ ਤੋਂ ਦੇ ਇਕੱਠ ਤੋਂ ਚੱਕਰ ਬਣਦਾ ਹੈ। ਠੀਕ ਹੈ ਜੀ, ਜਿਵੇਂ ਹੁਣ ਆਪਣੇ ਕੋਲ ਕੋਈ ਵੀ ਇੱਕ ਬਿੰਦੂ ਹੈ, ਉਹਦੇ ਉੱਪਰ ਆਪਾਂ ਡਰੋ ਕਰਨ ਲੱਗੀਏ ਅਤੇ ਬਿਲਕੁਲ ਹੀ ਇੱਕੋ ਜਿਹੀ ਦੂਰੀ 'ਤੇ ਇੱਕ ਆਪਾਂ ਕਰਵਡ ਲਾਈਨ ਡਰੋ ਕਰਦੇ ਹਾਂ, ਉਹਦੇ ਨਾਲ ਸਰਕਲ ਬਣ ਜਾਂਦਾ। ਠੀਕ ਹੈ ਜੀ, ਸੋ ਸਰਕਲ ਦੇ ਵਿੱਚ ਜਿਹੜਾ ਇੱਕ ਨਿਸ਼ਚਿਤ ਬਿੰਦੂ ਹੁੰਦਾ, ਉਹਨੂੰ ਅਸੀਂ ਸੈਂਟਰ ਪੁਆਇੰਟ ਕਹਿੰਦੇ ਹਾਂ। ਸੈਂਟਰ ਪੁਆਇੰਟ ਤੋਂ ਜਿੱਥੋਂ ਤੱਕ ਆਪਾਂ ਸਰਕਲ ਡਰੋ ਕੀਤਾ, ਉੱਥੋਂ ਤੱਕ ਆਪਾਂ ਜਿਹੜੀ ਵੀ ਲਾਈਨ ਡਰੋ ਕਰਦੇ ਹਾਂ, ਉਹਨੂੰ ਅਸੀਂ ਰੇਡੀਅਸ ਕਹਿੰਦੇ ਹਾਂ, ਯਾਨੀ ਕਿ ਉਹਨੂੰ ਅਸੀਂ ਉਹਦਾ ਅਰਧ ਵਿਆਸ ਕਹਿੰਦੇ ਹਾਂ। ਠੀਕ ਹੈ ਜੀ, ਇੱਕ ਚੱਕਰ ਦੇ ਵਿੱਚ ਅਣਗਿਣਤ ਅਰਧ ਵਿਆਸ ਅਸੀਂ ਡਰੋ ਕਰ ਸਕਦੇ ਹੁੰਦੇ ਹਾਂ। ਠੀਕ ਹੈ, ਅਤੇ ਹੁਣ ਜਿਵੇਂ ਆਪਾਂ ਸਰਕਲ ਦੀ ਐਗਜ਼ਾਮਪਲ ਲੈ ਲਈਏ ਕੋਈ, ਜਿਵੇਂ ਕਿ ਜਿਹੜੇ ਆਪਾਂ ਬੱਚੇ ਆ ਸਾਈਕਲ ਚਲਾਉਂਦੇ ਆ, ਸੋ ਸਾਈਕਲ ਦਾ ਜਿਹੜਾ ਪਹੀਆ ਹੁੰਦਾ ਉਹ ਰਾਊਂਡ ਸ਼ੇਪ 'ਚ ਹੁੰਦਾ, ਉਹ ਸਰਕਲ ਹੁੰਦਾ। ਠੀਕ ਹੈ ਜੀ, ਐਂਡ ਸੋ ਆਪਣੇ ਘਰ ਦੇ ਵਿੱਚ ਕਈ ਕਲੌਕ ਰਾਊਂਡ ਸ਼ੇਪ 'ਚ ਵੀ ਲੱਗੀਆਂ ਹੁੰਦੀਆਂ ਨੇ। ਠੀਕ ਹੈ ਜੀ, ਅਤੇ ਆਪਣਾ ਜੋ ਸਿੱਕਾ ਹੁੰਦਾ, ਜਿਨ੍ਹਾਂ ਪੈਸਿਆਂ ਦੀ ਆਪਾਂ ਕੋਈ ਚੀਜ਼ ਲੈਣ ਜਾਂਦੇ ਹਾਂ, ਲਾਈਕ ਜਿਵੇਂ 5 ਰੁਪਏ ਦਾ ਸਿੱਕਾ, 1 ਰੁਪਏ ਦਾ ਸਿੱਕਾ, ਇਹ ਵੀ ਜਿਹੜਾ ਹੈਗਾ ਆਪਣਾ ਸਰਕਲ ਸ਼ੇਪ 'ਚ ਹੁੰਦਾ। ਇੱਦਾਂ ਦੀਆਂ ਬਹੁਤ ਸਾਰੀਆਂ ਸਰਕਲ ਦੀਆਂ ਐਗਜ਼ਾਮਪਲ ਨੇ, ਤੁਸੀਂ ਆਪਣੇ ਆਸ ਪਾਸ ਆਪਦੀ ਡੇਲੀ ਲਾਈਫ ਦੇ ਵਿੱਚ ਦੇਖ ਸਕਦੇ ਹੋ। ਦੈਨ ਨੈਕਸਟ ਸ਼ੇਪ ਆਪਣੇ ਕੋਲ ਹੈਗੀ ਹੈ ਟਰਾਇੰਗਲ, ਯਾਨੀ ਕਿ ਤਿਕੋਣ। ਤਿਕੋਣ ਦੇ ਨਾਮ ਤੋਂ ਹੀ ਪਤਾ ਲੱਗਦਾ ਵੀ ਤਿਕੋਣ ਮਤਲਬ 3 ਕੋਣ। ਠੀਕ ਹੈ, ਇਹੋ ਜਿਹੀ ਸ਼ੇਪ ਜਿਹਦੇ ਵਿੱਚ 3 ਕੋਣ ਬਣਦੇ ਹੋਣ। ਸੋ ਇਸ ਸ਼ੇਪ ਦੇ ਵਿੱਚ 3 ਆਪਣੇ ਕੋਣ ਬਣਦੇ ਆ, ਅਤੇ ਇਹਦੀਆਂ 3 ਸਾਈਡਸ ਹੁੰਦੀਆਂ, ਯਾਨੀ ਕਿ 3 ਇਹਦੀਆਂ ਭੁਜਾਵਾਂ ਹੁੰਦੀਆਂ। ਠੀਕ ਹੈ,
त्रिकोण दे ਤਿੰਨੋਂ ਕੋਣਾਂ ਨੂੰ ਜੇ ਆਪਾਂ ਜੋੜ ਦਈਏ ਤਾਂ ਉਹਦਾ ਜੋੜ ਹਮੇਸ਼ਾ ਆਪਣੇ ਕੋਲੇ 180 ਡਿਗਰੀ ਹੀ ਆਊਗਾ। ਜੇ ਆਪਾਂ ਡੇਲੀ ਲਾਈਫ ਦੇ ਵਿੱਚ ਤਿਕੋਣ ਦੀਆਂ ਕੁਝ ਐਗਜ਼ਾਮਪਲਸ ਦੇਖੀਏ ਤਾਂ ਜਿਹੜੀ ਹੁਣ ਜਿਵੇਂ ਆਪਾਂ ਕਿਸੇ ਬੱਚੇ ਦੇ ਜਨਮ ਦਿਨ ਦੀ ਪਾਰਟੀ 'ਤੇ ਜਾਂਦੇ ਹਾਂ ਹੈ ਨਾ, ਤਾਂ ਆਪਾਂ ਨੂੰ ਉੱਥੇ ਕੈਪਸ ਦਿੰਦੇ ਆ ਨਾ ਪਾਉਣ ਵਾਸਤੇ, ਟੋਪੀਆਂ ਦਿੰਦੇ ਆਪਣੇ ਸਿਰ 'ਤੇ ਲੈਣ ਵਾਸਤੇ, ਉਹ ਤਿਕੋਣ ਸ਼ੇਪ 'ਚ ਹੁੰਦੀਆਂ। ਠੀਕ ਹੈ ਜੀ। ਆਪਣੀ ਆਈਸਕ੍ਰੀਮ ਜਿਹੜੀ ਆਪਾਂ ਅੱਜ ਕੱਲ੍ਹ ਗਰਮੀ 'ਚ ਬਹੁਤ ਖਾਂਦੇ ਹਾਂ, ਉਹ ਜਿਹੜੀ ਕੋਨ ਵਾਲੀ ਆਈਸਕ੍ਰੀਮ ਹੁੰਦੀ ਹੈ ਤਾਂ ਉਹਦਾ ਕੋਨ ਹੈ ਜਿਹੜਾ ਉਹ ਤਿਕੋਣ ਸ਼ੇਪ 'ਚ ਹੁੰਦਾ। ਠੀਕ ਹੈ ਜੀ। ਹੋਰ ਵੀ ਕਈ ਜ਼ਿਆਦਾਤਰ ਖਾਣ ਵਾਲੀਆਂ ਚੀਜ਼ਾਂ ਹੀ ਆਪਣੀਆਂ ਕਈ ਤਿਕੋਣ ਸ਼ੇਪ ਦੇ ਵਿੱਚ ਆਪਾਂ ਨੂੰ ਮਿਲ ਜਾਂਦੀਆਂ। ਹੁਣ ਸਾਰੀਆਂ ਸ਼ੇਪਸ ਯਾਨੀ ਕਿ ਆਕ੍ਰਿਤੀਆਂ ਦੀ ਗੱਲ ਕਰਨ ਤੋਂ ਬਾਅਦ ਆਪਾਂ ਆਪਦੇ ਚੈਪਟਰ 1 ਹੀ ਆਉਂਦੇ ਹਾਂ। ਠੀਕ ਹੈ। ਆਪਣੇ ਚੈਪਟਰ ਦਾ ਨੇਮ ਸੀ ਘੇਰਾ ਅਤੇ ਪਰਿਮਾਪ। ਸੋ ਆਪਾਂ ਹੁਣ ਸਭ ਤੋਂ ਪਹਿਲਾਂ ਘੇਰੇ ਦੀ ਗੱਲ ਕਰਦੇ ਹਾਂ ਵੀ ਘੇਰਾ ਕੀ ਹੁੰਦਾ। ਸਭ ਤੋਂ ਪਹਿਲਾਂ ਡੈਫੀਨੇਸ਼ਨ ਸੁਣ ਲਓ। ਇੱਕ ਸਮਤਲ ਆਕ੍ਰਿਤੀ ਦੇ ਸਾਰੇ ਪਾਸਿਆਂ ਦਾ ਜੋੜ ਜਾਂ ਆਕ੍ਰਿਤੀ ਦੇ ਆਲੇ ਦੁਆਲੇ ਦਾ ਕੁੱਲ ਫਾਸਲਾ ਉਸ ਆਕ੍ਰਿਤੀ ਦਾ ਪਰਿਮਾਪ ਜਾਂ ਫਿਰ ਘੇਰਾ ਅਖਵਾਉਂਦਾ ਹੈ। ਠੀਕ ਹੈ ਜੀ। ਸੋ ਜਿਵੇਂ ਕਿ ਹੁਣ ਕੋਈ ਵੀ ਵਸਤੂ ਜਿੱਥੇ ਕਿਸੇ ਵੀ ਥਾਂ ਦੇ ਉੱਪਰ ਪਈ ਹੈ, ਸਮਝ ਲਓ ਸਭ ਤੋਂ ਪਹਿਲਾਂ ਮੰਨ ਲਓ ਕਿ ਤੁਹਾਡੀ ਕੋਈ ਬੁੱਕ ਹੈ ਨਾ, ਉਹ ਤੁਹਾਡੇ ਬੈਂਚ 'ਤੇ ਪਈ ਹੈ, ਤਾਂ ਤੁਸੀਂ ਦੇਖੋਗੇ ਕਿ ਬੈਂਚ ਦੇ ਉੱਪਰ ਉਹਨੇ ਉੱਪਰਲੇ ਹਿੱਸਿਓਂ ਅਤੇ ਸਾਈਡ ਵਾਲੇ ਹਿੱਸਿਓਂ ਕਿੰਨਾ ਉਹਨੇ ਜਗ੍ਹਾ ਜਿਹੜੀ ਕਵਰ ਕੀਤੀ ਆ, ਉਸ ਕਵਰ ਕੀਤੀ ਹੋਈ ਜਗ੍ਹਾ ਨੂੰ ਮਾਪਣਾ ਉਸ ਵਸਤੂ ਦਾ ਘੇਰਾ ਮਾਪਣਾ ਕਹਾਉਂਦਾ ਹੈ। ਠੀਕ ਹੈ ਜੀ। ਜਿਵੇਂ ਕਿ ਹੁਣ ਸਭ ਤੋਂ ਪਹਿਲਾਂ ਤੁਹਾਡੀ ਬੁੱਕ 'ਤੇ ਫਸਟ ਐਗਜ਼ਾਮਪਲ ਦਿੱਤੀ ਹੋਈ ਹੈ ਘੇਰੇ ਦੀ ਯਾਨੀ ਕਿ ਪਰਿਮਾਪ ਦੀ, ਤਾਂ ਉਹ ਇੱਕ ਗਤੀਵਿਧੀ ਹੈ। ਜਿਵੇਂ ਕਿ ਇੱਕ ਬੱਚੀ ਹੈ ਨਾ, ਆਪਦੀ ਮੰਮੀ ਨੂੰ ਪੁੱਛ ਰਹੀ ਹੈ ਕਿ ਤੁਸੀਂ ਕੀ ਕਰ ਰਹੇ ਹੋ, ਤਾਂ ਮੰਮੀ ਕਹਿ ਰਹੀ ਹੈ ਕਿ ਮੈਂ ਆਪਦੀ ਚੁੰਨੀ ਨੂੰ ਗੋਟਾ ਲਗਾਉਣਾ ਹੈ, ਯਾਨੀ ਕਿ ਚੁੰਨੀ ਦੇ ਆਸ-ਪਾਸ ਦਾ ਘੇਰਾ ਉਹਨੂੰ ਪਤਾ ਕਰਨਾ ਪਊਗਾ ਕਿਉਂਕਿ ਉਹਨੇ ਆਸ-ਪਾਸ ਦੇ ਏਰੀਏ ਦੇ ਉੱਪਰ ਉਹਨੇ ਗੋਟਾ ਲਗਾਉਣਾ। ਤਾਂ ਲੜਕੀ ਕੀ ਕਹਿੰਦੀ ਹੈ ਕਿ ਮੈਂ ਵੀ ਆਪਣੀ ਚੁੰਨੀ ਉੱਪਰ ਗੋਟਾ ਲਗਾਉਂਗੀ। ਠੀਕ ਹੈ। ਉਹਨਾਂ ਨੇ ਉਸ ਤੋਂ ਬਾਅਦ ਤੁਹਾਨੂੰ ਦੋ ਸ਼ੇਪਸ ਦਿੱਤੀਆਂ। ਦੇਖੋ ਇੱਕ ਸ਼ੇਪ ਹੈਗੀ ਉਹ ਵਰਗ ਦੇ ਰੂਪ 'ਚ ਹੈ ਅਤੇ ਦੂਸਰੀ ਸ਼ੇਪ ਜਿਹੜੀ ਉਹ ਹੈਗੀ ਆ ਉਹ ਆਇਤ ਦੇ ਰੂਪ 'ਚ ਹੈ, ਯਾਨੀ ਕਿ ਇੱਕ ਚੁੰਨੀ ਉਹਦੀ ਮੰਮੀ ਦੀ ਹੋ ਗਈ ਅਤੇ ਇੱਕ ਗੁੜੀਆ ਦੀ ਹੋ ਗਈ। ਠੀਕ ਹੈ ਜੀ। ਤਾਂ ਸਿੰਪਲ ਜਿਹੀ ਗੱਲ ਹੈ ਕਿ ਉਹਨਾਂ ਨੇ ਆਪਾਂ ਨੂੰ ਸਿਰਫ ਸਮਝਾਉਣ ਵਾਸਤੇ ਐਗਜ਼ਾਮਪਲ ਲਈਏ ਕਿ ਅਸੀਂ ਚੁੰਨੀਆਂ ਦੇ ਆਸੇ ਪਾਸੇ ਗੋਟਾ ਲਗਾਉਣਾ ਹੈ, ਤਾਂ ਉਹਦੇ ਵਾਸਤੇ ਉਹਨਾਂ ਨੂੰ ਕੀ ਕਰਨਾ ਪਊਗਾ। ਜਿਵੇਂ ਹੁਣ ਆਇਤ ਵਾਲੀ ਚੁੰਨੀ ਨੂੰ ਦੇਖੀਏ ਤਾਂ ਉਹਦੀ ਉੱਪਰਲੀ ਸਾਈਡ ਦੀ ਜਿਹੜੀ ਲੈਂਥ ਆ ਉਹ 2 ਮੀਟਰ ਇਹਨਾਂ ਨੇ ਦਿੱਤੀ ਹੋਈ ਹੈ। ਅਤੇ ਸੋ ਆਪਣੇ ਆਪ ਸਾਨੂੰ ਪਤਾ ਹੀ ਹੈ ਕਿ ਜਿਹੜੀਆਂ ਸਨਮੁਖ ਭੁਜਾਵਾਂ ਹੁੰਦੀਆਂ ਆਇਤ ਦੇ ਵਿੱਚ ਹੈ ਨਾ ਜੀ, ਉਹ ਸੇਮ ਹੁੰਦੀਆਂ। ਤਾਂ ਜੇ ਉੱਪਰਲੀ 2 ਹੈ ਤਾਂ ਨਿਚਲੀ ਵੀ 2 ਹੀ ਹੋਊਗੀ। ਅਤੇ ਜੇ ਆਪਾਂ ਸਾਈਡ ਵਾਲੀ ਦੇਖੀਏ ਤਾਂ ਇੱਧਰਲੇ ਪਾਸੇ ਜੇ 1 ਮੀਟਰ ਹੈ ਤਾਂ ਦੂਸਰੀ ਸਾਈਡ ਵਾਲੇ ਪਾਸੇ ਦੀ ਜਿਹੜੀ ਲੈਂਥ ਹੋਵੇ 1 ਮੀਟਰ ਹੀ ਹੋਊਗੀ। ਤਾਂ ਆਪਾਂ ਨੂੰ ਉਸ ਦੇ ਉੱਪਰ ਗੋਟਾ ਲਗਾਉਣ ਵਾਸਤੇ ਇਹਦਾ ਚੁੰਨੀ ਦਾ ਘੇਰਾ ਪਤਾ ਕਰਾਂਗੇ। ਉਸ ਦੇ ਲਈ ਆਪਾਂ ਕੀ ਕਰਾਂਗੇ, ਸਾਰੀਆਂ ਸਾਈਡਾਂ ਜਿੰਨੀ ਵੀ ਆਪਾਂ ਨੂੰ ਉਹਨਾਂ ਨੇ ਦਿੱਤੀ ਹੋਈ ਆ ਉਹਨਾਂ ਨੂੰ ਜੋੜ ਦਾਂਗੇ। ਠੀਕ ਹੈ ਜੀ। ਜੋੜ ਕਰ ਦਾਂਗੇ 2 + 1 + 2 + 1। ਠੀਕ ਹੈ ਜੀ। ਇਹ ਟੋਟਲ ਕਿੰਨਾ ਆ ਗਿਆ 6 ਮੀਟਰ, ਯਾਨੀ ਕਿ 6 ਮੀਟਰ ਉਹਨਾਂ ਨੂੰ ਗੋਟੇ ਦੀ ਲੋੜ ਪਊਗੀ ਆਪਦੀ ਚੁੰਨੀ ਉੱਪਰ ਲਗਾਉਣ ਵਾਸਤੇ। ਐਦਾਂ ਹੀ ਉਹਨਾਂ ਨੇ ਵਰਗ ਵਾਲੀ ਦਾ ਦੇਖਿਆ ਤਾਂ ਉਹਨਾਂ ਨੇ ਇੱਕ ਸਾਈਡ ਦੇ ਵੇਖੋ, ਇੱਕ ਸਾਈਡ ਦੀ ਜਿਹੜੀ ਲੈਂਥ ਆ ਉਹ 1 ਮੀਟਰ ਹੈ। ਤਾਂ ਪਤਾ ਹੀ ਹੈ ਵੀ ਆਪ ਚਾਰੋਂ ਭੁਜਾਵਾਂ ਬਰਾਬਰ ਹੁੰਦੀਆਂ ਨੇ ਵਰਗ ਦੀਆਂ, ਤਾਂ ਇਹ ਸਾਰੇ ਪਾਸੇ ਹੀ 1-1 ਮੀਟਰ ਹੋਏਗੀ। ਆਪਾਂ ਇਹਨਾਂ ਨੂੰ ਵੀ ਜੋੜ ਲਾਂਗੇ ਇਹਦਾ ਘੇਰਾ ਪਤਾ ਕਰਨ ਵਾਸਤੇ। ਇੱਕ ਨੂੰ ਆਪਾਂ 4 ਵਾਰੀ ਜੋੜ ਦਾਂਗੇ ਜਿਹਦਾ ਆਂਸਰ ਆਪਣੇ ਕੋਲ 4 ਮੀਟਰ ਆ ਗਿਆ, ਯਾਨੀ ਕਿ ਦੂਸਰੀ ਚੁੰਨੀ ਦਾ ਘੇਰਾ ਕਿੰਨਾ ਆ ਗਿਆ ਜੀ 4 ਮੀਟਰ। ਅਤੇ ਇਸ ਤਰ੍ਹਾਂ ਆਪਾਂ ਉਹਦਾ ਵੀ ਘੇਰਾ ਪਤਾ ਕਰ ਲਿਆ ਅਤੇ ਆਪਾਂ ਨੂੰ ਦੂਸਰੀ ਚੁੰਨੀ ਵਾਸਤੇ 4 ਮੀਟਰ ਗੋਟਾ ਖਰੀਦਣਾ ਪਵੇਗਾ। ਸੋ ਇਸ ਐਗਜ਼ਾਮਪਲ ਤੋਂ ਬੱਚੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਪਰਿਮਾਪ ਆਪਾਂ ਕਿਵੇਂ ਪਤਾ ਕਰਦੇ ਹਾਂ। ਜਿਹੜੀ ਵੀ ਆਕ੍ਰਿਤੀ ਆਪਾਂ ਨੂੰ ਉਹਨਾਂ ਨੇ ਕੋਈ ਵੀ ਦਿੱਤੀ ਹੈ, ਕੋਈ ਵੀ 2 ਪਾਸਾਰੀ ਆਕ੍ਰਿਤੀ ਦਿੱਤੀ ਹੈ, ਉਹਦਾ ਜਿੰਨੀਆਂ ਵੀ ਆਸੇ ਪਾਸੇ ਦੀਆਂ ਉਹਨਾਂ ਨੇ ਆਪਾਂ ਨੂੰ ਲੈਂਥ ਦਿੱਤੀ ਹੈ, ਕੋਈ ਵੀ ਆਪਾਂ ਨੂੰ ਯਾਨੀ ਕਿ ਉੱਪਰ ਵਾਲੀ ਸਾਈਡ ਵਾਲੀ ਜਿੰਨੀ ਵੀ ਉਹਨਾਂ ਨੇ ਲੈਂਥ ਦਿੱਤੀ ਹੈ, ਆਪਾਂ ਸਾਰੀਆਂ ਚੀਜ਼ਾਂ ਨੂੰ ਹੀ ਆਪਸ ਵਿੱਚ ਜੋੜ ਦੇਣਾ ਅਤੇ ਜੋੜਨ ਤੋਂ ਬਾਅਦ ਆਪਾਂ ਨੂੰ ਪਰਿਮਾਪ ਪਤਾ ਲੱਗ ਜਾਏਗਾ। ਠੀਕ ਹੈ ਜੀ। ਹੁਣ ਸਿੰਪਲ ਜਿਹੇ ਕੁਐਸਚਨ ਤਾਂ ਤੁਸੀਂ ਹੱਲ ਕਰ ਹੀ ਲਓਗੇ, ਤਾਂ ਆਪਾਂ ਇੱਕ ਹੋਰ ਐਗਜ਼ਾਮਪਲ ਦੇਖ ਲੈਂਦੇ ਹਾਂ ਜਿਹੜੀ ਤੁਹਾਡੀ ਬੁੱਕ ਵਿੱਚ ਦਿੱਤੀ ਹੋਈ ਆ। ਐਗਜ਼ਾਮਪਲ ਨੰਬਰ 4, ਰਾਜੂ ਦੇ ਸਕੂਲ ਦੇ ਬਗੀਚੇ ਦਾ ਮਾਪ 50 ਮੀਟਰ 37 ਮੀਟਰ 40 ਮੀਟਰ ਅਤੇ 45 ਮੀਟਰ ਹੈ। ਜੇਕਰ ਬਗੀਚੇ ਦੇ ਚਾਰੇ ਪਾਸੇ ਤਾਰ ਲਗਾਉਣੀ ਹੋਵੇ ਤਾਂ ਦੱਸੋ ਕਿੰਨੀ ਤਾਰ ਦੀ ਲੋੜ ਪਵੇਗੀ। ਹਾਂਜੀ, ਹੁਣ ਇਹਨਾਂ ਨੇ ਆਪਾਂ ਨੂੰ ਮਾਪ ਦਿੱਤਾ ਹੋਇਆ ਚਾਰੋਂ ਸਾਈਡਾਂ ਦਾ। ਠੀਕ ਹੈ ਜੀ। ਤਾਂ ਆਪਾਂ ਕੀ ਕਰਾਂਗੇ, ਇੱਕ ਸਭ ਤੋਂ ਪਹਿਲਾਂ ਇੱਕ ਸ਼ੇਪ ਬਣਾ ਲਵਾਂਗੇ ਅਤੇ ਉਹਨਾਂ ਨੇ ਆਪਾਂ ਨੂੰ ਸ਼ੇਪ ਦਿੱਤੀ ਨਹੀਂ ਹੋਈ ਹੈਗੀ, ਤਾਂ ਆਪਾਂ ਇਸ ਨੂੰ ਇੱਕ ਵਾਰ ਆਇਤਾਕਾਰ ਮੰਨ ਕੇ, ਠੀਕ ਹੈ ਜੀ,
ਇਹਦੇ ਮਾਪ ਨੂੰ ਲਿਖ ਲਾਂਗੇ। ठीक है जी। तो ਹੁਣ ਆਪਾਂ ਨੂੰ ਇਹਨਾਂ ਨੇ ਜੋ ਵੀ ਮਾਪ ਦਿੱਤਾ ਹੈ ਆਪਾਂ ਉਹਨਾਂ ਸਾਰਿਆਂ ਦਾ ਜੋੜ ਕਰ ਦਾਂਗੇ। ਜੋੜ ਤੋਂ ਬਾਅਦ ਆਪਾਂ ਨੂੰ ਕੀ ਪ੍ਰਾਪਤ ਹੋਇਆ, ਕਹਿੰਦੇ 172 ਮੀਟਰ ਆਪਾਂ ਨੂੰ ਪ੍ਰਾਪਤ ਹੋਇਆ। ਸੋ 172 ਮੀਟਰ ਇਹਦਾ ਪਰਿਮਾਪ ਆ ਗਿਆ। ਤਾਂ ਆਪਾਂ ਨੂੰ 172 ਮੀਟਰ ਹੀ ਤਾਰ ਦੀ ਲੋੜ ਪਊਗੀ ਬਗੀਚੇ ਦੇ ਆਸ-ਪਾਸ ਲਗਾਉਣ ਵਾਸਤੇ। ਇੱਕ ਉਦਾਹਰਨ ਹੋਰ ਦੇਖ ਲਓ ਜੀ। ਨੈਕਸਟ ਉਦਾਹਰਨ ਹੀ ਹੈ ਤੁਹਾਡੀ, ਜੇਕਰ ਹੇਠਾਂ ਦਿੱਤੀ ਤਿਕੋਣ ਦਾ ਪਰਿਮਾਪ 60 ਸੈਂਟੀਮੀਟਰ ਹੋਵੇ ਅਤੇ ਦੋ ਭੁਜਾਵਾਂ ਦਾ ਮਾਪ 12 ਸੈਂਟੀਮੀਟਰ ਹੋਵੇ, 12 ਸੈਂਟੀਮੀਟਰ ਤੇ 25 ਸੈਂਟੀਮੀਟਰ ਹੋਵੇ, ਤਾਂ ਤੁਸੀਂ ਤੀਜੀ ਭੁਜਾ ਦਾ ਮਾਪ ਪਤਾ ਕਰਨਾ ਹੈ। ठीक है जी। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹੁੰਦੇ ਹਾਂ, ਤਿਕੋਣ ਦਾ ਪਰਿਮਾਪ ਬਰਾਬਰ ਉਹਨਾਂ ਨੇ ਆਪਾਂ ਨੂੰ 60 ਸੈਂਟੀਮੀਟਰ ਦਿੱਤਾ ਹੈ। ठीक है जी। ਬਟ ਦੂਸਰੇ ਪਾਸੇ ਜਾਈਏ ਤਾਂ ਆਪਾਂ ਤਿਕੋਣ ਦਾ ਪਰਿਮਾਪ ਪਤਾ ਕਿਵੇਂ ਕਰਾਂਗੇ, ਜਿੰਨੀਆਂ ਵੀ ਆਪਾਂ ਨੂੰ ਭੁਜਾਵਾਂ ਦਿੱਤੀਆਂ ਉਹਨਾਂ ਨੂੰ ਜੋੜਨ ਤੋਂ ਬਾਅਦ ਹੀ ਪਤਾ ਕਰਾਂਗੇ ਨਾ। ਤਾਂ ਇੱਕ ਪਾਸੇ ਆਪਾਂ ਕੀ ਕਰਾਂਗੇ, ਤਿਕੋਣ ਦੇ ਪਰਿਮਾਪ ਨੂੰ ਲਿਖ ਲਾਂਗੇ। ਠੀਕ ਹੈ, ਇਕੁਅਲ ਉਹਦੇ ਬਰਾਬਰ ਪਾ ਕੇ ਅਸੀਂ ਜਿਹੜੀਆਂ ਆਪਾਂ ਨੂੰ ਦੋ ਭੁਜਾਵਾਂ ਦਿੱਤੀਆਂ ਉਹਨਾਂ ਨੂੰ ਲਿਖ ਲਾਂਗੇ ਅਤੇ ਜੋੜ ਦਾਂਗੇ। ਠੀਕ ਹੈ ਜੀ। ਤਾਂ ਇੱਕ ਪਾਸੇ ਤਾਂ ਆਪਣੇ ਕੋਲ 60 ਸੈਂਟੀਮੀਟਰ ਰਹਿ ਗਿਆ ਅਤੇ ਦੂਸਰੇ ਪਾਸੇ ਆਪਣੇ ਕੋਲ ਉਹਨਾਂ ਨੂੰ ਜੋੜਨ ਤੋਂ ਬਾਅਦ 37 ਸੈਂਟੀਮੀਟਰ ਆ ਗਿਆ। ਤਾਂ ਜਿਹੜਾ ਤਿਕੋਣ ਦਾ ਪਰਿਮਾਪ ਹੈ ਉਹ ਇੱਕ ਸਾਈਡ ਰਹਿ ਜਾਊਗਾ ਜੀ, ਅਤੇ ਜਿਹੜਾ 37 ਸੈਂਟੀਮੀਟਰ ਵਾਲੀ ਜਿਹੜੀ ਹੈਗੀ ਹੈ ਸੰਖਿਆ ਉਹ ਆਪਾਂ 60 ਸੈਂਟੀਮੀਟਰ ਕੋਲ ਲਿਆਵਾਂਗੇ ਤਾਂ ਉਹ ਮਾਈਨਸ ਦੀ ਹੋ ਜੂਗੀ। ਠੀਕ ਹੈ ਜੀ। ਸੋ 60 ਦੇ ਵਿੱਚੋਂ 37 ਮਾਈਨਸ ਕਰਨ ਤੋਂ ਬਾਅਦ ਆਪਾਂ ਨੂੰ 23 ਸੈਂਟੀਮੀਟਰ ਪ੍ਰਾਪਤ ਹੋਇਆ। ਸੋ ਤੀਸਰੀ ਭੁਜਾ 23 ਸੈਂਟੀਮੀਟਰ ਮਿਲਦੀ ਹੈ ਜੀ। ਅੱਗੇ ਤੁਹਾਡੀ ਐਕਸਰਸਾਈਜ਼ ਦੇ ਵਿੱਚ ਬਿਲਕੁਲ ਮਿਲਦੇ ਜੁਲਦੇ ਸਾਹਮਣੇ। ਠੀਕ ਹੈ ਜੀ। ਜਾਂ ਤਾਂ ਤੁਹਾਨੂੰ ਇਹਨਾਂ ਨੇ ਵਿੱਚ ਪਰਿਮਾਪ ਪਤਾ ਕਰਨ ਵਾਸਤੇ ਕਿਹਾ ਹੋਇਆ ਹੈ ਅਤੇ ਸਾਰਿਆਂ ਦਾ ਮਾਪ ਦਿੱਤਾ ਹੋਇਆ ਤਾਂ ਤੁਸੀਂ ਉਹਨਾਂ ਨੂੰ ਜੋੜ ਦੋਗੇ ਅਤੇ ਪਰਿਮਾਪ ਆ ਜਾਏਗਾ। ਕੁਝ ਜਿਵੇਂ 5th ਸਵਾਲ ਦੇ ਵਿੱਚ ਹੁਣੀ ਜਿਹੜਾ ਆਪਾਂ ਸਵਾਲ ਕਰਕੇ ਗਏ ਉਹਦੇ ਨਾਲ ਦੇ ਸਵਾਲ ਵੀ ਹੈ ਵੀ ਆਪਾਂ ਨੂੰ ਮਤਲਬ ਕਿ ਇੱਕ ਭੁਜਾ ਨਹੀਂ ਦਿੱਤੀ ਹੋਈ ਆਕ੍ਰਿਤੀ ਦੇ ਵਿੱਚੋਂ, ਬਾਕੀ ਸਾਰੀਆਂ ਦਿੱਤੀਆਂ ਹੋਈਆਂ ਨੇ ਪਰ ਉਹਨਾਂ ਦਾ ਪਰਿਮਾਪ ਦਿੱਤਾ ਹੋਇਆ, ਤਾਂ ਆਪਾਂ ਪਰਿਮਾਪ ਨੂੰ ਉਹਨਾਂ ਭੁਜਾਵਾਂ ਦੇ ਜੋੜ ਦੇ ਬਰਾਬਰ ਰੱਖਣਾ ਹੈ। ਠੀਕ ਹੈ ਜੀ। ਤਾਂ ਜੋੜਨ ਤੋਂ ਬਾਅਦ ਜੋ ਆਪਾਂ ਨੂੰ ਪ੍ਰਾਪਤ ਹੋਊਗਾ ਉਹ ਆਪਾਂ ਪਰਿਮਾਪ ਦੇ ਵਿੱਚੋਂ ਘਟਾ ਦੇਣਾ ਅਤੇ ਆਪਾਂ ਨੂੰ ਤੀਸਰੀ ਭੁਜਾ ਪਤਾ ਲੱਗ ਜੂਗੀ। ਚਾਹੇ ਉਹ ਕਿੰਨਵੀਂ ਵੀ ਭੁਜਾ ਹੋ ਸਕਦੀ ਹੈ, ਪੰਜਵੀਂ, ਚੌਥੀ, ਕਿੰਨਵੀਂ ਵੀ ਭੁਜਾ ਹੋ ਸਕਦੀ ਹੈ। ਆਪਾਂ ਸਾਰੀਆਂ ਭੁਜਾਵਾਂ ਜਿੰਨੀਆਂ ਦਿੱਤੀਆਂ ਉਹਨਾਂ ਨੂੰ ਜੋੜ ਦਾਂਗੇ ਅਤੇ ਉਹਦੇ ਜੋੜ ਨੂੰ ਪਰਿਮਾਪ ਵਿੱਚੋਂ ਘਟਾ ਦਾਂਗੇ ਤਾਂ ਆਪਾਂ ਨੂੰ ਜਿਹੜੀ ਬਚੀ ਹੋਈ ਭੁਜਾ ਉਹ ਪ੍ਰਾਪਤ ਹੋ ਜੂਗੀ। ਠੀਕ ਹੈ ਜੀ। ਹਾਂਜੀ, ਹੁਣ ਪਰਿਮਾਪ ਬਾਰੇ ਤਾਂ ਸਾਰੇ ਬੱਚਿਆਂ ਨੂੰ ਸਮਝ ਆਈ ਹੋਵੇਗਾ। ਆਪਾਂ ਹੁਣ ਨੈਕਸਟ ਖੇਤਰਫਲ ਦੀ ਗੱਲ ਕਰ ਲੈਂਦੇ ਹਾਂ। ਖੇਤਰਫਲ ਦੀ ਸਭ ਤੋਂ ਪਹਿਲਾਂ ਤੁਸੀਂ ਡੈਫੀਨੇਸ਼ਨ ਦੇਖੋ ਬੱਚੇ, ਤੁਹਾਡੀ ਹੀ ਕਿਤਾਬ ਦੇ ਉੱਪਰ ਹੈਗੀ ਹੈ, ਕਿਸੇ ਆਕ੍ਰਿਤੀ ਦੁਆਰਾ ਘੇਰੇ ਗਏ ਸਮਤਲ ਖੇਤਰ ਨੂੰ ਉਸ ਆਕ੍ਰਿਤੀ ਦਾ ਖੇਤਰਫਲ ਕਿਹਾ ਜਾਂਦਾ ਹੈ। ਠੀਕ ਹੈ ਰਾਜੇ। ਵੀ ਜਿਵੇਂ ਕੋਈ ਵੀ ਚੀਜ਼ ਪਈ ਹੈ ਕਿਸੇ ਵੀ ਥਾਂ 'ਤੇ, ਜੇ ਆਪਾਂ ਉਹ ਚੀਜ਼ ਨੂੰ ਚੱਕ ਦਈਏ ਤਾਂ ਜਿੰਨੇ ਵੀ ਥਾਂ ਦੇ ਉੱਪਰ ਉਹ ਪਈ ਹੈ, ਜੋ ਵਿਚਾਲੇ ਥਾਂ ਆ ਰਿਹਾ, ਜਿਹੜਾ ਥਾਂ ਉਹਨੇ ਵਿਚਾਲੇ ਘੇਰਿਆ ਹੋਇਆ, ਉਹਦੇ ਮਾਪ ਨੂੰ ਅਸੀਂ ਕੀ ਕਹਾਂਗੇ, ਖੇਤਰਫਲ। ਜਿਵੇਂ ਕਿ ਹੁਣ ਤੁਹਾਡੀ ਕਿਤਾਬ ਦੇ ਵਿੱਚ ਇੱਕ ਉਦਾਹਰਨ ਦਿੱਤੀ ਹੋਈ ਹੈ ਕਿ ਆਪਾਂ ਖੇਤ ਦੀ ਗੱਲ ਕੀਤੀ ਸੀ ਵੀ ਖੇਤ ਦੇ ਆਸੇ ਪਾਸੇ ਜੋ ਆਪਾਂ ਵਾੜ ਲਗਾਉਣੀ ਹੈ। ਠੀਕ ਹੈ ਜੀ। ਤਾਂ ਵਾੜ ਵਾਸਤੇ ਤਾਂ ਆਪਾਂ ਨੇ ਆਸੇ ਪਾਸੇ ਦੇ ਖੇਤਰਫਲ ਨੂੰ ਮਤਲਬ ਕਿ ਆਸੇ ਪਾਸੇ ਦੇ ਪਰਿਮਾਪ ਨੂੰ ਆਪਾਂ ਮਾਪ ਲਿਆ, ਬਟ ਜੋ ਕਹਿੰਦੇ ਖੇਤ ਦੇ ਵਿਚਾਲੇ ਜਿਹੜੀ ਫਸਲ ਬੀਜੀ ਹੋਈ ਆ ਉਸ ਫਸਲ ਨੇ ਕਿੰਨਾ ਥਾਂ ਘੇਰਿਆ ਜਾਂ ਉਸ ਫਸਲ ਦੇ ਘੇਰੇ ਹੋਏ ਥਾਂ ਨੂੰ ਕੀ ਕਹਿੰਦੇ ਆ, ਖੇਤਰਫਲ ਕਹਿੰਦੇ ਆ ਬੱਚੇ। ਠੀਕ ਹੈ। ਖੇਤਰਫਲ ਦੀ ਸਹਾਇਤਾ ਨਾਲ ਆਪਾਂ ਕੀ ਕਰ ਸਕਦੇ ਹਾਂ ਵੀ ਕਿਸ ਵਸਤੂ ਨੇ ਕਿੰਨਾ ਜ਼ਿਆਦਾ ਥਾਂ ਘੇਰਿਆ ਹੋਇਆ ਇਹਨੂੰ ਆਪਾਂ ਪਤਾ ਕਰ ਸਕਦੇ ਹਾਂ। ਜਿਵੇਂ ਕਿ ਉਦਾਹਰਨ ਦਿੱਤੀ ਹੋਈ ਹੈ ਕਿ ਇੱਕ ਬਲੈਕ ਬੋਰਡ ਦੇ ਉੱਪਰ ਅਧਿਆਪਕ ਨੇ ਪਹਿਲਾਂ ਆਪਣਾ ਹੱਥ ਡਰਾ ਕਰਤਾ, ਫਿਰ ਇੱਕ ਬੱਚੇ ਨੂੰ ਬੁਲਾ ਕੇ ਉਹਦਾ ਹੱਥ ਡਰਾ ਕੀਤਾ ਅਤੇ ਉਹਦੇ ਵਿੱਚ ਕਲਰ ਫਿਲ ਕੀਤਾ। ਤਾਂ ਦੇਖਣ ਤੋਂ ਬਾਅਦ ਆਪਾਂ ਦੇਖ ਕੇ ਦੱਸ ਸਕਦੇ ਹਾਂ ਕਿ ਅਧਿਆਪਕ ਦਾ ਹੱਥ ਵੱਡਾ ਤਾਂ ਉਹਨੇ ਜ਼ਿਆਦਾ ਥਾਂ ਘੇਰਿਆ ਹੋਇਆ। ਠੀਕ ਹੈ ਜੀ। ਸੋ ਕਿਸੇ ਵੀ ਵਸਤੂ ਦੁਆਰਾ ਘੇਰੇ ਹੋਏ ਥਾਂ ਨੂੰ ਮਾਪਣ ਵਾਸਤੇ ਆਪਾਂ ਨੂੰ ਖੇਤਰਫਲ ਦੀ ਲੋੜ ਪੈਂਦੀ ਹੈ। ਠੀਕ ਹੈ। ਤਾਂ ਤੁਹਾਡੇ ਦੂਸਰਾ ਅਭਿਆਸ 8.2 ਦੇ ਵਿੱਚ ਤੁਸੀਂ ਸਿਰਫ ਇਹਨਾਂ ਪਿਕਚਰਸ ਨੂੰ ਵੇਖਣਾ ਅਤੇ ਵੇਖ ਕੇ ਦੱਸਣਾ ਕਿ ਕਿਹੜੀ ਪਿਕਚਰ ਦਾ ਜਿਹੜਾ ਖੇਤਰਫਲ ਹੈ ਉਹ ਜ਼ਿਆਦਾ ਹੈ। ਠੀਕ ਹੈ। ਸਿੰਪਲ ਜੀ ਗੱਲ ਹੈ, ਜਿਹੜੀ ਵੀ ਪਿਕਚਰ ਤੁਹਾਨੂੰ ਵੇਖਣ ਵਿੱਚ ਥੋੜ੍ਹੀ ਵੱਡੀ ਲੱਗੂਗੀ ਉਹ ਜ਼ਿਆਦਾ ਥਾਂ ਘੇਰ ਰਹੀ ਹੈ। ਠੀਕ ਹੈ ਜੀ। ਉਹਦਾ ਖੇਤਰਫਲ ਜ਼ਿਆਦਾ ਹੋਊਗਾ, ਤਾਂ ਤੁਸੀਂ ਇਹ ਧਿਆਨ ਨਾਲ ਦੇਖਣਾ। ਹਾਂਜੀ, ਹੁਣ ਤੁਹਾਨੂੰ ਇਹਨਾਂ ਦੋਵਾਂ ਦੇ ਵਿਚਕਾਰ ਫ਼ਰਕ ਤਾਂ ਪਤਾ ਲੱਗ ਹੀ ਗਿਆ ਹੋਏਗਾ ਕਿ ਪਰਿਮਾਪ ਜਿਹੜਾ ਹੁੰਦਾ ਉਹ ਕਿਸੇ ਵੀ ਵਸਤੂ ਦੇ ਆਲੇ ਦੁਆਲੇ ਦਾ ਜਿਹੜਾ ਥਾਂ ਹੈ ਉਹਨੂੰ ਮਾਪਣ ਨੂੰ ਅਸੀਂ ਪਰਿਮਾਪ ਕਹਿੰਦੇ ਹਾਂ, ਅਤੇ ਉਸ ਵਸਤੂ ਦੇ ਵਿਚਾਲੇ ਵਾਲਾ ਜੋ ਥਾਂ ਹੈ, ਜੋ ਉਹਨੇ ਵਿਚਾਲੇ ਥਾਂ ਘੇਰਿਆ ਹੋਇਆ, ਉਸਨੂੰ ਅਸੀਂ ਖੇਤਰਫਲ ਕਹਿੰਦੇ ਹਾਂ। ਠੀਕ ਹੈ ਜੀ।
ਤਾਂ ਹੁਣ ਤੁਹਾਡੀ ਬੁੱਕ ਦੇ ਵਿੱਚ ਕੁਝ ਉਦਾਹਰਨਾਂ ਦੇ ਨਾਲ ਆਪਾਂ ਨੂੰ ਖੇਤਰਫਲ ਮਾਪਣ ਦੀ ਵਿਧੀ ਦੱਸੀ ਹੋਈ ਹੈ ਕਿ ਜਿਵੇਂ ਹੁਣ ਉਹਨਾਂ ਨੇ ਕੀ ਦੱਸਿਆ ਵੀ ਇੱਕ ਵਰਗ ਜਿਹੜੀ ਭੁਜਾ ਹੈ, ਕੋਈ ਵੀ ਵਰਗ ਭੁਜਾ ਹੈ ਉਹਨੂੰ ਉਹਨਾਂ ਨੇ 1 ਸੈਂਟੀਮੀਟਰ ਦੱਸਿਆ, ਠੀਕ ਹੈ ਜੀ। ਤਾਂ ਉਹ ਕਹਿੰਦੇ ਵੀ ਹਰੇਕ ਵਰਗ ਦਾ ਖੇਤਰਫਲ ਜਿਹੜਾ ਹੈਗਾ ਉਹ 1 ਵਰਗ ਸੈਂਟੀਮੀਟਰ ਹੀ ਹੋਏਗਾ। ਯਾਨੀ ਕਿ ਹੁਣ ਦੇਖੋ ਤੁਸੀਂ ਇਹਦੇ ਵਿੱਚ ਉਦਾਹਰਨ ਦੇ ਵਿੱਚ ਵੇਖ ਸਕਦੇ ਹੋ ਕਿ ਇਹਦੇ ਵਿੱਚ ਅਲੱਗ-ਅਲੱਗ ਡੱਬੀਆਂ ਬਣੀਆਂ ਹੋਈਆਂ ਤੇ ਉਹਨੂੰ ਕਲਰ ਕੀਤਾ ਹੋਇਆ। ਸੋ ਜਿਹੜਾ ਹਿੱਸਾ ਰਾਜੇ ਕਲਰ ਕੀਤਾ ਹੋਇਆ ਉਹ ਤੁਹਾਡੀ ਆਕ੍ਰਿਤੀ ਹੈ, ਤੁਸੀਂ ਉਸ ਆਕ੍ਰਿਤੀ ਦਾ ਖੇਤਰਫਲ ਪਤਾ ਕਰਨਾ ਹੈ। ਤੇ ਇਹਦੇ ਵਿੱਚ ਬਾਕਸਿਸ ਬਣੇ ਹੋਏ ਆ। ਸੋ ਇੱਕ ਬਾਕਸ ਦਾ ਜਿਹੜਾ ਮਾਪ ਹੈ ਉਹ 1 ਸੈਂਟੀਮੀਟਰ ਹੈ, ਠੀਕ ਹੈ ਜੀ। ਆਪਾਂ ਇਹਨਾਂ ਨੂੰ ਬਾਕਸਿਸ ਨੂੰ ਗਿਣ ਕੇ ਇਹਦਾ ਖੇਤਰਫਲ ਪਤਾ ਕਰ ਸਕਦੇ ਹਾਂ। ਸੋ ਹੁਣ ਜਿਵੇਂ ਫਸਟ ਦੇਖ ਲਓ, ਇਹ ਇੱਕ ਆਇਤਾਕਾਰ ਆਕ੍ਰਿਤੀ ਬਣੀ ਹੋਈ ਆ। ਇਹਦੇ ਵਿੱਚ ਆਪਣੇ ਕੋਲ ਦੇਖੋ ਆਪਾਂ ਇਹਨਾਂ ਬਾਕਸਿਸ ਨੂੰ ਗਿਣ ਲਾਂਗੇ। ਇਹ ਟੋਟਲ ਬਾਕਸ 8 ਬਣਦੇ ਆ ਜੀ। ਸੋ ਇਹਦਾ ਮਾਪ ਜਿਹੜਾ ਹੈਗਾ ਉਹ ਕੀ ਹੋਏਗਾ 8 ਵਰਗ ਸੈਂਟੀਮੀਟਰ। एक बिल्कुल सिंपल जी मतलब कि इक्वेशन है, सिंपल जी गल है कि आपां इहदे विच बॉक्सिस नूं गिणना है ते आपां नूं बॉक्सिस नूं गिणन तो बाद उन्हां नूं असीं जोड़ लांगे। इन्हां दे जोड़न तो बाद साडे कोले उस शेप दा उस आकृति दा खेत्रफल आ जाऊगा, ठीक है जी। तुहाडी एक्सरसाइज 8.3 दे विच तुसीं देखो थर्ड सवाल दे विच इहदे विच बहुत ही अलग तरह ਦੀਆਂ ਆਕ੍ਰਿਤੀਆਂ ਦਿੱਤੀਆਂ ਹੋਈਆਂ। ਤੁਸੀਂ ਦੇਖੋਗੇ ਵੀ ਅਸੀਂ ਇਹਨਾਂ ਨੂੰ ਕਿਵੇਂ ਇਹਦਾ ਖੇਤਰਫਲ ਪਤਾ ਕਰਾਂਗੇ, ਠੀਕ ਹੈ ਜੀ। ਤਾਂ ਤੁਸੀਂ ਦੇਖੋ ਫਸਟ ਦੇ ਵਿੱਚ ਦੇਖੋ ਜਿਹੜੀ ਡੱਬੀ ਤਾਂ ਪੂਰੀ ਫਿਲ ਕੀਤੀ ਹੋਈ ਹੈ, ਠੀਕ ਹੈ, ਉਹ ਤਾਂ ਤੁਸੀਂ ਇੱਕ ਹੀ ਗਿਣਨੀ ਹੈ। ਜਿਹੜੀ ਹਾਫ ਫਿਲ ਕੀਤੀ ਹੈ ਉਹ ਤੁਸੀਂ ਹਾਫ ਗਿਣਨੀ ਹੈ, ਠੀਕ ਹੈ। ਸੋ ਜਿਹੜੀ ਉੱਪਰ ਵਾਲੀ ਹਾਫ ਤੇ ਨੀਚੇ ਵਾਲੀ ਹਾਫ ਇਹ ਮਿਲ ਕੇ ਇੱਕ ਬਣ ਜਾਏਗੀ ਨਾ। ਸੋ ਇਹਨੂੰ ਅਸੀਂ ਇੱਕ ਗਿਣਾਂਗੇ। दैन ਜਿਹੜੀਆਂ ਪੂਰੀਆਂ ਨੇ ਉਹਨਾਂ ਨੂੰ ਅਸੀਂ ਤਾਂ ਉਹਨਾਂ ਨੂੰ ਤਾਂ ਇੱਕ ਹੀ ਗਿਣਨਾ ਹੈ। ਇਹ 5 ਹੋ ਗਈਆਂ। ਤੇ ਦੂਸਰੇ ਪਾਸੇ ਵੀ ਆਪਣੇ ਕੋਲੇ 2 ਅੱਧੀਆਂ ਜਿਹੜੀਆਂ ਕਲਰ ਕੀਤੀਆਂ ਹੋਈਆਂ ਨੇ ਡੱਬੀਆਂ, ਅਸੀਂ ਉਹਨਾਂ ਦੋਨਾਂ ਨੂੰ ਮਿਲਾ ਕੇ ਇੱਕ ਗਿਣ ਲਾਂਗੇ, ਠੀਕ ਹੈ ਜੀ। ਤਾਂ ਇਹ ਕਿੰਨੀਆਂ ਹੋ ਗਈਆਂ ਆਪਣੇ ਕੋਲੇ 6। ਸੋ ਆਪਾਂ ਇਹਦਾ ਕੀ ਕਵਾਂਗੇ ਵੀ ਇਹ 6 ਵਰਗ ਸੈਂਟੀਮੀਟਰ ਦਾ ਮਾਪ ਹੈ। ਇਸੇ ਤਰ੍ਹਾਂ ਤੁਸੀਂ ਬਾਕੀ ਦੇ ਸਵਾਲ ਵੀ ਕਰਨੇ ਆ। ਜਿਹੜੀ ਵੀ ਤੁਹਾਨੂੰ ਹਾਫ ਡੱਬੀ ਹੋਵੇ ਉਸ ਨੂੰ ਤੁਸੀਂ ਹਾਫ ਅੱਧਾ ਹੀ ਗਿਣਨਾ ਹੈ, ਇੱਕ ਨਹੀਂ ਗਿਣਨਾ। ਤੇ ਇੱਕ ਹਾਫ ਡੱਬੀ ਨੂੰ ਦੂਸਰੀ ਹਾਫ ਡੱਬੀ ਨਾਲ ਮਿਲਾ ਕੇ ਤੁਸੀਂ ਉਹਦਾ ਇੱਕ ਬਣਾ ਸਕਦੇ ਹੋ ਤੇ ਉਹਨੂੰ ਜੋੜ ਸਕਦੇ ਹੋ, ਠੀਕ ਹੈ ਜੀ। ਅਗਲੇ ਸਵਾਲ ਦੇ ਵਿੱਚ ਉਹਨਾਂ ਨੇ ਤੁਹਾਨੂੰ ਕਿਹਾ ਹੋਇਆ ਕਿ ਤੁਸੀਂ ਆਪਦੀ ਜਿਹੜੀ ਡੱਬਿਆਂ ਵਾਲੀ ਕਾਪੀ ਹੁੰਦੀ ਹੈ, ਯਾਨੀ ਕਿ ਗਣਿਤ ਦੀ ਕਾਪੀ ਹੁੰਦੀ ਆ, ਉਹਦੇ ਵਿੱਚ ਆਪਣੇ ਕੋਲ ਇਸੇ ਤਰ੍ਹਾਂ ਦੇ ਵਰਗ ਦੇ ਡੱਬੇ ਬਣੇ ਹੁੰਦੇ ਆ। ਤੁਸੀਂ ਇਹਦੇ ਵਿੱਚ ਕਲਰ ਲੈ ਕੇ ਅਲੱਗ-ਅਲੱਗ ਸ਼ੇਪਸ ਬਣਾ ਸਕਦੇ ਹੋ। ਇਹਨਾਂ ਨੇ ਤੁਹਾਨੂੰ ਇਸ ਦਾ ਖੇਤਰਫਲ ਦਿੱਤਾ ਹੋਇਆ, ਜਿਵੇਂ ਕਿ ਇੱਕ 20 ਖੇਤਰਫਲ ਦੇ ਨਾਲ ਤੁਸੀਂ ਕੋਈ ਵੀ ਸ਼ੇਪ ਬਣਾਉਣੀ ਹੈ, 20 ਡੱਬੇ ਤੁਸੀਂ ਭਰਨੇ ਹੈ, ਠੀਕ ਹੈ ਜੀ। ਇੱਦਾਂ ਦੇ ਐਗਜ਼ਾਮ ਦੇ ਵਿੱਚ ਤੁਹਾਨੂੰ ਕੁਐਸਚਨ ਆ ਸਕਦੇ ਆ ਕਿ ਤੁਸੀਂ 27 ਖੇਤਰਫਲ ਵਾਲੀ ਕੋਈ ਸ਼ੇਪ ਬਣਾਓ, ਤਾਂ ਤੁਸੀਂ ਉੱਦਾਂ ਹੀ ਕਰੋਗੇ। ਦੇਖੋ ਜੀ 26 ਡੱਬੀਆਂ ਤਾਂ ਆਪਣੇ ਕੋਲੇ ਪੂਰੀਆਂ ਭਰੀਆਂ ਜਾ ਸਕਦੀਆਂ, ਬਟ ਆਪਾਂ ਅਲੱਗ ਤਰ੍ਹਾਂ ਦੀ ਸ਼ੇਪ ਹੀ ਬਣਾਉਣੀ ਆ। ਜ਼ਰੂਰੀ ਨਹੀਂ ਕਿ ਆਪਾਂ ਪੂਰੀ ਡੱਬੀ ਹੀ ਭਰਨੀ ਆ, ਆਪਾਂ ਹਾਫ ਡੱਬੀ ਭਰ ਕੇ ਵੀ ਕੋਈ ਸ਼ੇਪ ਬਣਾ ਸਕਦੇ ਹਾਂ। ਬਟ ਜਿਵੇਂ ਹੁਣ 27 ਆ ਤਾਂ ਉਹਦੀ ਇੱਕ ਆਪਣੇ ਕੋਲੇ ਬਚ ਜਾਏਗੀ ਨਾ, ਤਾਂ ਆਪਾਂ ਉਸਨੂੰ ਹਾਫ ਡੱਬੀ ਕਰਕੇ ਉਹਦੀ ਸ਼ੇਪ ਹੈ ਜਿਹੜੀ ਬਣਾ ਸਕਦੇ ਹਾਂ। ਉਹ ਤੁਹਾਡੀ ਆਪਦੀ ਪਸੰਦ ਹੈ ਕਿ ਤੁਸੀਂ ਹਾਫ ਡੱਬੀ ਹੀ ਚੂਜ਼ ਕਰਨਾ ਚਾਹੋਗੇ ਜਾਂ ਫੁੱਲ ਡੱਬੀ। ਇਸ ਤਰ੍ਹਾਂ ਤੁਸੀਂ ਡੱਬੀਆਂ ਦੇ ਵਿੱਚ ਕਲਰ ਭਰ ਕੇ ਚਾਹੇ ਤੁਸੀਂ ਪੈਨਸਿਲ ਨੂੰ ਯੂਜ਼ ਕਰਕੇ ਕਲਰ ਭਰ ਕੇ ਤੁਸੀਂ ਉਸ ਨੂੰ ਆਕ੍ਰਿਤੀ ਕੋਈ ਵੀ ਦੇ ਸਕਦੇ ਹੋ ਜੀ। ਤੁਹਾਡੇ ਅਗਲੇ ਸਵਾਲ ਦੇ ਵਿੱਚ ਤੁਹਾਨੂੰ ਇੱਕ ਸ਼ੇਪ ਦਿੱਤੀ ਹੋਈ ਆ, ਠੀਕ ਹੈ। ਇਹਦੇ ਵਿੱਚ ਉਹਨਾਂ ਨੇ ਤੁਹਾਨੂੰ ਕਿਹਾ ਹੈਗਾ ਵੀ ਤੁਸੀਂ ਇਹਦਾ ਖੇਤਰਫਲ ਪਤਾ ਕਰਕੇ, ਯਾਨੀ ਕਿ ਤੁਸੀਂ ਖੇਤਰਫਲ ਵਿੱਚ ਕੀ ਕਰੋਗੇ, ਇਹਦੀਆਂ ਡੱਬੀਆਂ ਨੂੰ ਗਿਣੋਗੇ ਤੇ ਕੁੱਲ ਕਿੰਨੀਆਂ ਨੇ। ਆਪਾਂ ਜੇ ਗਿਣੀਆਂ ਤਾਂ ਇਹ ਹੈਗੀਆਂ ਨੇ 12। ਉਹਨਾਂ ਨੇ ਕਿਹਾ ਕਿ ਤੁਸੀਂ ਇਸ ਨੂੰ 4 ਹਿੱਸਿਆਂ ਵਿੱਚ ਵੰਡਣਾ ਹੈ, ਠੀਕ ਹੈ ਜੀ। 4 ਬਰਾਬਰ ਹਿੱਸਿਆਂ 'ਚ ਵੰਡਣਾ ਤੇ ਦੱਸਣਾ ਹੈ ਵੀ ਕਿੰਨੇ ਇਹਦੇ ਵਿੱਚ ਵਰਗ ਆਉਣਗੇ, ਠੀਕ ਹੈ ਜੀ। ਤਾਂ ਤੁਸੀਂ ਦੇਖੋ ਇਹਦੇ ਵਿੱਚ 12 ਨੇ, ਇਹਦਾ ਖੇਤਰਫਲ 12 ਹੈ, ਤਾਂ ਅਸੀਂ 4 ਨੂੰ ਇਹਦੇ ਨਾਲ ਵੰਡ ਲਵਾਂਗੇ ਤਾਂ ਹਰੇਕ ਦੇ ਵਿੱਚ ਕਿੰਨੇ ਵਰਗ ਆਉਣਗੇ 3, ਠੀਕ ਹੈ ਜੀ। 3 ਵਰਗ ਲੈ ਕੇ ਤੁਸੀਂ ਸ਼ੇਪ ਨੂੰ ਅਲੱਗ-ਅਲੱਗ ਕਰਨਾ ਹੈ, ਠੀਕ ਹੈ ਜੀ। ਜਿਵੇਂ ਮਰਜ਼ੀ ਕਰ ਸਕਦੇ ਹੋ, ਬਟ ਵਰਗ ਤੁਹਾਡੇ ਵਿੱਚ ਉਹਦੇ 3 ਹੀ ਆਉਣੇ ਚਾਹੀਦੇ ਆ। ਆਈ ਹੋਪ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਘੇਰੇ ਅਤੇ ਖੇਤਰਫਲ ਦੇ ਵਿਚਕਾਰ ਦਾ ਅੰਤਰ ਹੈ ਜਿਹੜਾ ਉਹ ਸਮਝ ਆ ਗਿਆ ਹੋਵੇਗਾ। ਬਾਕੀ ਤੁਸੀਂ ਆਪਦੀ ਡੇਲੀ ਲਾਈਫ ਦੇ ਵਿੱਚ ਆਕ੍ਰਿਤੀਆਂ ਦਾ ਘੇਰਾ ਅਤੇ ਜਿਹੜਾ ਖੇਤਰਫਲ ਹੈ ਨਾ ਉਹਨੂੰ ਮਾਪ ਸਕਦੇ ਹੋ, ਜਿਸ ਦੇ ਨਾਲ ਤੁਹਾਨੂੰ ਇਹ ਬਹੁਤ ਹੀ ਚੰਗੀ ਤਰ੍ਹਾਂ ਇਸ ਚੈਪਟਰ ਦੀ ਸਮਝ ਆ ਜਾਵੇਗੀ। ਥੈਂਕ ਯੂ ਸੋ ਮਚ।